ਬੱਚਿਓ, ਪਿਆਰੇ ਬੱਚਿਓ, ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਆਪਣੇ ਵਿਆਕਰਣ ਦਾ ਇੱਕ ਭਾਗ ਨਾਂਵ ਕਰ ਚੁੱਕੇ ਹਾਂ। ਬੱਚਿਓ, ਨਾਂਵ ਕਿਸੇ ਵਿਅਕਤੀ, ਵਸਤੂ, ਸਥਾਨ ਜਾਂ ਭਾਵ ਦਾ ਨਾਮ ਹੁੰਦਾ ਹੈ। ਪਰ ਉਦੋਂ ਕੀ ਹੁੰਦਾ ਹੈ ਜਦੋਂ ਅਸੀਂ ਵਾਕ ਵਿੱਚ ਵਾਰ-ਵਾਰ ਨਾਂਵ ਪ੍ਰਯੋਗ ਕਰਦੇ ਹਾਂ। ਵਿਅਕਤੀ ਦਾ ਨਾਮ ਵੀ ਬਾਰ-ਬਾਰ ਪ੍ਰਯੋਗ ਕਰਦੇ ਹਾਂ। ਜਿਵੇਂ ਰਾਮ ਸਕੂਲ ਜਾ ਰਿਹਾ ਹੈ, ਰਾਮ ਖਾਣਾ ਖਾ ਰਿਹਾ ਹੈ, ਰਾਮ ਘਰ ਆਵੇਗਾ, ਰਾਮ ਗੀਤ ਗਾਵੇਗਾ। ਤਾਂ ਇਸ ਵਿੱਚ ਰਾਮ ਰਾਮ ਅਸੀਂ ਜਿਹੜਾ ਸ਼ਬਦ ਹੈ ਬਾਰ-ਬਾਰ ਵਾਕਾਂ ਵਿੱਚ ਪ੍ਰਯੋਗ ਕਰ ਰਹੇ ਹਾਂ। ਪਰ ਇਸ ਨਾਲ ਕੀ ਹੋ ਰਿਹਾ ਹੈ? ਇਸ ਨਾਲ ਜਿਹੜੀ ਸਾਡੀ ਲਿਖਤ ਹੈ ਜਾਂ ਜਿਹੜੀ ਸਾਡੀ ਬੋਲੀ ਹੈ ਉਹ ਪ੍ਰਭਾਵਸ਼ਾਲੀ ਬਿਲਕੁਲ ਨਹੀਂ ਲੱਗ ਰਹੀ। ਤਾਂ ਇਸ ਕਾਰਨ ਅਸੀਂ ਵਿਆਕਰਣ ਵਿੱਚ ਇਸ ਕਮੀ ਨੂੰ ਦੂਰ ਕਰਨ ਵਾਸਤੇ ਹੀ ਅਸੀਂ ਪੜਨਾਂਵ ਸ਼ਬਦਾਂ ਦਾ ਪ੍ਰਯੋਗ ਕਰਨੇ ਹਾਂ। ਪੰਜਾਬੀ ਵਿਆਕਰਣ ਵਿੱਚ ਉਹ ਸ਼ਬਦ ਜੋ ਨਾਂਵ ਦੀ ਜਗ੍ਹਾ 'ਤੇ ਵਰਤੇ ਜਾਂਦੇ ਹਨ ਉਹਨਾਂ ਨੂੰ ਪੜਨਾਂਵ ਆਖਿਆ ਜਾਂਦਾ ਹੈ। ਜਿਵੇਂ ਇਹ, ਉਹਨਾਂ, ਅਸੀਂ, ਤੁਸੀਂ, ਉਹ ਆਦਿ। ਬੱਚੋ, ਪੜਨਾਂਵ ਕੁੱਲ ਮਿਲਾ ਕੇ 6 ਪ੍ਰਕਾਰ ਦੇ ਹੁੰਦੇ ਹਨ, ਜਿਨ੍ਹਾਂ ਵਿੱਚੋਂ ਪਹਿਲਾ ਹੈ ਪੁਰਖਵਾਚਕ ਪੜਨਾਂਵ, ਨਿੱਜਵਾਚਕ ਪੜਨਾਂਵ, ਸੰਬੰਧਵਾਚਕ ਪੜਨਾਂਵ, ਪ੍ਰਸ਼ਨਵਾਚਕ ਪੜਨਾਂਵ, ਨਿਸ਼ਚੈਵਾਚਕ ਪੜਨਾਂਵ, ਅਨਿਸ਼ਚੈਵਾਚਕ ਪੜਨਾਂਵ। ਇਸ ਦੀ ਪਹਿਲੀ ਕਿਸਮ ਪੁਰਖਵਾਚਕ ਪੜਨਾਂਵ ਹੈ। ਉਹ ਸ਼ਬਦ ਜੋ ਕਿਸੇ ਪੁਰਖ ਦੀ ਥਾਂ 'ਤੇ ਵਰਤੇ ਜਾਣ ਉਸਨੂੰ ਪੁਰਖਵਾਚਕ ਪੜਨਾਂਵ ਕਿਹਾ ਜਾਂਦਾ ਹੈ। ਜਿਵੇਂ ਮੈਂ, ਉਹ, ਅਸੀਂ। ਤਾਂ ਪੁਰਖ ਕਿਸੇ ਵੀ ਵਿਅਕਤੀ ਦਾ ਨਾਂ ਹੋ ਸਕਦਾ ਹੈ। ਜਦੋਂ ਅਸੀਂ ਕਿਸੇ ਵਿਅਕਤੀ ਦਾ ਨਾਂ ਨਾ ਲੈ ਕੇ ਅਸੀਂ ਉਸਦੇ ਨਾਂ ਦੀ ਜਗ੍ਹਾ 'ਤੇ ਕੁਝ ਸ਼ਬਦ ਪ੍ਰਯੋਗ ਕਰਦੇ ਹਾਂ ਤਾਂ ਉਸਨੂੰ ਪੁਰਖਵਾਚਕ ਪੜਨਾਂਵ ਕਹਿੰਦੇ ਹਨ। ਇਸ ਤਰ੍ਹਾਂ ਮੈਂ, ਉਹ, ਅਸੀਂ ਪੁਰਖਵਾਚਕ ਪੜਨਾਂਵ ਹਨ। ਬੱਚੋ, ਇਸ ਤਰ੍ਹਾਂ ਵਿਅਕਤੀ ਵੀ 3 ਤਰ੍ਹਾਂ ਦੇ ਹੋ ਸਕਦੇ ਹਨ। ਜਿਵੇਂ ਜੇਕਰ ਅਸੀਂ ਆਪਣੀ ਗੱਲ ਕਰੀਏ ਤਾਂ ਅਸੀਂ ਉੱਤਮ ਪੁਰਖ ਕਹਿਲਾਵਾਂਗੇ। ਜੇਕਰ ਅਸੀਂ ਕਿਸੇ ਦੂਸਰੇ ਵਿਅਕਤੀ ਨਾਲ ਗੱਲ ਕਰ ਰਹੇ ਹੋਵੇ ਤਾਂ ਉਹ ਮੱਧਮ ਪੁਰਖ, ਅਤੇ ਜੇਕਰ ਕਿਸੇ ਦੂਸਰੇ ਵਿਅਕਤੀ ਦੇ ਨਾਲ ਅਸੀਂ ਕਿਸੇ ਤੀਸਰੇ ਵਿਅਕਤੀ ਬਾਰੇ ਗੱਲ ਕਰਾਂਗੇ ਤਾਂ ਉਹ ਤੀਸਰਾ ਵਿਅਕਤੀ ਅੰਨ੍ਹੇ ਪੁਰਖ ਹੁੰਦਾ ਹੈ। ਤਾਂ ਇਸ ਤਰ੍ਹਾਂ ਗੱਲ ਕਰਨ ਵਾਲੇ ਨੂੰ ਉੱਤਮ ਪੁਰਖ ਕਹਿੰਦੇ ਹਨ। ਜਿਵੇਂ ਮੈਂ, ਅਸੀਂ, ਮੈਨੂੰ। ਜਿਵੇਂ ਮੈਂ ਗੱਲ ਕਰਾਂਗੀ, ਮੈਂ ਕੰਮ ਕਰ ਰਹੀ ਹਾਂ, ਮੈਂ ਪੜ੍ਹ ਰਹੀ ਹਾਂ, ਅਸੀਂ ਸਕੂਲ ਜਾਵਾਂਗੇ, ਮੈਨੂੰ ਬਹੁਤ ਭੁੱਖ ਲੱਗੀ ਹੈ। ਤਾਂ ਇਸ ਤਰ੍ਹਾਂ ਜਦੋਂ ਅਸੀਂ ਆਪਣੀ ਗੱਲ ਕਰਾਂਗੇ ਤਾਂ ਉਹ ਹੋਏਗਾ ਉੱਤਮ ਪੁਰਖ। ਤੂੰ, ਤੁਸੀਂ, ਤੁਹਾਨੂੰ। ਜਿਵੇਂ ਤੁਹਾਨੂੰ ਕੀ ਗੱਲ ਹੈ, ਤੁਸੀਂ ਕਿਉਂ ਨਹੀਂ ਕੰਮ ਕੀਤਾ, ਤਾਂ ਤੂੰ ਕਿੱਥੇ ਜਾ ਰਿਹਾ ਹੈ। ਤਾਂ ਇਸ ਤਰ੍ਹਾਂ ਕਿਸੇ ਦੂਸਰੇ ਵਿਅਕਤੀ ਨਾਲ ਜਦੋਂ ਅਸੀਂ ਗੱਲ ਕਰਦੇ ਹਾਂ ਉਹ ਹੋ ਜਾਂਦਾ ਹੈ ਮੱਧਮ ਪੁਰਖ। ਇਸ ਤਰ੍ਹਾਂ ਜਦੋਂ ਅਸੀਂ 2 ਵਿਅਕਤੀ ਆਪਸ ਵਿੱਚ ਗੱਲ ਕਰ ਰਹੇ ਹੁੰਦੇ ਹਨ ਅਤੇ ਉਹ ਕਿਸੇ ਤੀਸਰੇ ਵਿਅਕਤੀ ਦੀ ਗੱਲ ਕਰ ਰਹੇ ਹੁੰਦੇ ਹਨ ਕਿ ਉਹ ਸਕੂਲ ਜਾ ਰਿਹਾ ਹੈ, ਉਹਨਾਂ ਨੂੰ ਬਹੁਤ ਜਿਹੜਾ ਹੈ ਬਹੁਤ ਤੇਜ਼ ਬੁਖਾਰ ਹੈ, ਤਾਂ ਇਸ ਤਰ੍ਹਾਂ ਅਸੀਂ ਇਹਨਾਂ ਨੂੰ ਅੰਨ੍ਹੇ ਪੁਰਖ ਕਹਿੰਦੇ ਹਾਂ। ਤਾਂ ਇਸ ਤਰ੍ਹਾਂ ਕਿਸੇ ਵੀ ਵਿਅਕਤੀਆਂ ਦੇ ਨਾਂ ਅਸੀਂ ਪੁਰਖਵਾਚਕ ਨਾਂ ਦੀ ਜਗ੍ਹਾ ਜਿਹੜੇ ਸ਼ਬਦ ਲਗਾਉਂਦੇ ਹੋ ਪੁਰਖਵਾਚਕ ਪੜਨਾਂਵ ਹੁੰਦੇ ਹਨ। ਨਿੱਜਵਾਚਕ ਉਹ ਪੜਨਾਂਵ ਹੁੰਦੇ ਹਨ ਜਿਹੜੇ ਕਰਤਾ ਦੇ ਨਾਲ ਆ ਕੇ ਉਸਦੀ ਵਿਸ਼ੇਸ਼ਤਾ ਵੀ ਦੱਸਣ ਅਤੇ ਨਾਲ ਦੇ ਨਾਲ ਹੀ ਉਸਦਾ ਜਿਹੜਾ ਹੈ ਨਿੱਜ ਵੀ ਦੱਸਣ, ਆਪਣਾ ਪ੍ਰਗਟਾਅ ਵੀ ਕਰਨ, ਤਾਂ ਆਪਣੇਪਨ ਦਾ ਪ੍ਰਗਟਾਅ ਕਰਨ। ਇਸ ਤਰ੍ਹਾਂ ਅਸੀਂ ਇਸਨੂੰ ਨਿੱਜਵਾਚਕ ਪੜਨਾਂਵ ਕਹਿੰਦੇ। ਜਿਵੇਂ ਆਪ, ਆਪਣੀ, ਆਪਸ, ਇਹ ਸ਼ਬਦ ਨਿੱਜਵਾਚਕ ਪੜਨਾਂਵ ਹਨ। ਜਿਵੇਂ ਮੈਂ ਆਪਣਾ ਕੰਮ ਆਪ ਕਰਾਂਗਾ, ਅਤੇ ਇਸ ਵਿੱਚ ਜਿਹੜਾ ਆਪ ਸ਼ਬਦ ਹੈ ਉਹ ਨਿੱਜਵਾਚਕ ਪੜਨਾਂਵ। ਇਸ ਤਰ੍ਹਾਂ ਬੱਚੋ, ਸੰਬੰਧਵਾਚਕ ਪੜਨਾਂਵ ਉਹ ਪੜਨਾਂਵ ਹੁੰਦੇ ਹਨ ਜਿਹੜੇ ਪੜਨਾਂਵ ਵੀ ਹੁੰਦੇ ਹਨ ਅਤੇ ਯੋਜਕਾਂ ਵਾਂਗ 2 ਵਾਕਾਂ ਨੂੰ ਵੀ ਜੋੜਦੇ ਹਨ। ਜਿਵੇਂ ਜੋ ਕਰੇਗਾ ਸੋ ਭਰੇਗਾ। ਇਸ ਤਰ੍ਹਾਂ 2 ਵਾਕ ਜੋ ਕਰੇਗਾ ਸੋ ਭਰੇਗਾ ਨੂੰ ਕੌਣ ਜੋੜ ਰਿਹਾ ਹੈ? ਜੋ ਸੋ। ਪਰ ਜੋ ਕੌਣ ਹੈ ਸਾਨੂੰ ਉਸਦਾ ਨਾਮ ਨਹੀਂ ਪਤਾ ਹੈ, ਤਾਂ ਇਸ ਨਾਂ ਦੀ ਜਗ੍ਹਾ 'ਤੇ ਅਸੀਂ ਜੋ ਸ਼ਬਦ ਦਾ ਪ੍ਰਯੋਗ ਕੀਤਾ ਹੈ। ਇਸ ਤਰ੍ਹਾਂ ਪ੍ਰਸ਼ਨਵਾਚਕ ਪੜਨਾਂਵ ਹੈ ਉਹ ਪੜਨਾਂਵ ਜਿਹੜੇ ਪੜਨਾਂਵ ਵੀ ਹੋਣ ਤਾਂ ਇਸ ਤੋਂ ਇਲਾਵਾ ਪ੍ਰਸ਼ਨ ਪੁੱਛਣ ਦਾ ਕੰਮ ਵੀ ਕਰਨ, ਉਹਨਾਂ ਨੂੰ ਪ੍ਰਸ਼ਨਵਾਚਕ ਪੜਨਾਂਵ ਕਿਹਾ ਜਾਂਦਾ। ਜਿਵੇਂ ਕੌਣ, ਕਿਹੜਾ, ਕੀ, ਕੌਣ ਆ ਰਿਹਾ ਹੈ, ਕਿਹੜਾ ਆਦਮੀ ਹੈ। ਤਾਂ ਇਸ ਤਰ੍ਹਾਂ ਕੌਣ ਜਿਹੜਾ ਹੈ ਉਹ ਸ਼ਬਦ ਅਜਿਹਾ ਸ਼ਬਦ ਹੈ ਜਿਹੜਾ ਨਾਮ ਦੀ ਜਗ੍ਹਾ 'ਤੇ ਆਇਆ ਹੈ, ਕਿਉਂਕਿ ਸਾਨੂੰ ਉਸਦੇ ਨਾਮ ਦਾ ਨਹੀਂ ਪਤਾ ਤਾਂ ਅਸੀਂ ਕੌਣ ਲਿਖਿਆ ਹੈ ਅਤੇ ਨਾਲ ਦੇ ਨਾਲ ਹੀ ਅਸੀਂ ਪ੍ਰਸ਼ਨ ਪੁੱਛਣ ਦਾ ਕੰਮ ਵੀ ਕਰ ਰਹੇ ਹਾਂ। ਤਾਂ ਇਸ ਤਰ੍ਹਾਂ ਹੀ ਪ੍ਰਸ਼ਨਵਾਚਕ ਪੜਨਾਂਵ ਹਨ। ਨਿਸ਼ਚੈਵਾਚਕ ਪੜਨਾਂਵ ਹੁੰਦੇ ਹਨ ਜਿਹੜੇ ਦੂਰ ਜਾਂ ਨੇੜੇ ਦੀ ਚੀਜ਼ ਵੱਲ ਇਸ਼ਾਰਾ ਕਰਨ ਅਤੇ ਉਸਦਾ ਪੂਰਾ ਨਿਸ਼ਚੈ ਕਰਾਉਣ। ਯਾਨੀ ਕਿ ਜਦੋਂ ਸਾਨੂੰ ਕਿਸੇ ਵਸਤੂ ਦਾ ਪੂਰਾ ਅੰਦਾਜ਼ਾ ਹੁੰਦਾ ਹੈ, ਪੂਰਾ ਪਤਾ ਹੁੰਦਾ ਹੈ ਕਿ ਉਹ ਚੀਜ਼ ਕਿੱਥੇ ਹੈ, ਤਾਂ ਉਹ ਅਸੀਂ ਨਿਸ਼ਚੈਵਾਚਕ ਪੜਨਾਂਵ ਕਹਿੰਦੇ ਹਾਂ। ਜਿਵੇਂ ਉਹ, ਇਹ ਪੁਸਤਕ ਮੇਰੀ ਹੈ, ਉਹ ਕਿਤਾਬ ਕਿਸ ਦੀ ਹੈ। ਤਾਂ ਇਸ ਤਰ੍ਹਾਂ ਅਸੀਂ ਉਸ ਵੱਲ ਇਸ਼ਾਰਾ ਕਰਕੇ ਦੱਸ ਰਹੇ ਹਾਂ, ਤਾਂ ਅਸੀਂ ਉਹਨਾਂ ਦੇ ਨਾਮ ਦੀ ਜਗ੍ਹਾ 'ਤੇ ਉਹ ਇਹ ਸ਼ਬਦ ਪ੍ਰਯੋਗ ਕੀਤੇ ਹਨ। ਇਸ ਤੋਂ ਇਲਾਵਾ ਬੱਚੋ 6ਵਾਂ ਭਾਗ ਜਿਹੜਾ ਹੈ, 6ਵਾਂ ਭਾਗ ਇਹਨਾਂ ਦਾ ਅਨਿਸ਼ਚੈਵਾਚਕ ਪੜਨਾਂਵ ਹਨ। ਤਾਂ ਅਨਿਸ਼ਚੈਵਾਚਕ ਪੜਨਾਂਵ ਉਹ ਪੜਨਾਂਵ ਹੁੰਦੇ ਹਨ ਜਿਹੜੇ ਅੰਦਾਜ਼ਾ ਤਾਂ ਦੱਸਣ ਪਰ ਉਹਨਾਂ ਤੋਂ ਕਿਸੇ ਵੀ ਵਸਤੂ ਦਾ ਪੂਰਾ ਗਿਣਤੀ ਜਾਂ ਮਿਣਤੀ ਦਾ ਪਤਾ ਨਾ ਲੱਗੇ। ਜਿਵੇਂ ਕੁਝ, ਥੋੜ੍ਹਾ, ਕਈ ਆਦਿ। ਤਾਂ ਇਸ ਤਰ੍ਹਾਂ ਬੱਚੋ ਕੁਝ, ਥੋੜ੍ਹਾ, ਕਈ, ਪਰ ਕਿੰਨੀ ਮਾਤਰਾ ਵਿੱਚ ਹੈ ਇਹ ਸਾਨੂੰ ਨਹੀਂ ਪਤਾ। ਤਾਂ ਇਸ ਦਾ ਜਿਹੜਾ ਇਸਦਾ ਅੰਦਾਜ਼ਾ, ਜਿਨ੍ਹਾਂ ਸ਼ਬਦਾਂ ਤੋਂ ਅੰਦਾਜ਼ਾ ਲਗਾਇਆ ਜਾ ਸਕੇ ਪਰ ਉਹਨਾਂ ਦਾ ਪੂਰਾ ਗਿਣਤੀ ਜਾਂ ਮਿਣਤੀ ਨਾ ਪਤਾ ਲੱਗ ਸਕੇ, ਉਹਨਾਂ ਨੂੰ ਅਸੀਂ ਅਨਿਸ਼ਚੈਵਾਚਕ ਪੜਨਾਂਵ ਕਹਿੰਦੇ ਹਨ। ਇਸ ਤਰ੍ਹਾਂ ਬੱਚੋ ਅਸੀਂ ਅੱਜ ਪੜਨਾਂਵ ਪੜ੍ਹਿਆ ਹੈ ਜਿਹੜੇ ਨਾਂਵ ਦੀ ਥਾਂ 'ਤੇ ਪ੍ਰਯੋਗ ਹੁੰਦੇ ਹਨ ਅਤੇ ਪੜਨਾਂਵ ਦੀਆਂ ਕਿਸਮਾਂ ਪੜ੍ਹੀਆਂ ਹਨ ਜਿਹੜੀਆਂ 6 ਹਨ। ਤਾਂ ਇਸ ਤਰ੍ਹਾਂ ਬੱਚੋ ਤੁਸੀਂ ਇਹ ਸਾਰਾ ਅਭਿਆਸ ਆਪਣੀ ਪੁਸਤਕਾਂ 'ਤੇ ਕਰਨਾ ਹੈ। ਧੰਨਵਾਦ।